ਸਤਿ ਸ਼੍ਰੀ ਅਕਾਲ ਜੀ। ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਦਰਸ਼ਕਾਂ ਦਾ ਇਸ ਪੰਜਾਬੀ ਬੁਲੇਟਿਨ 'ਚ ਸਵਾਗਤ ਹੈ ਤੇ ਆਓ ਨਜ਼ਰ ਮਾਰਦੇ ਹਾਂ ਕੁਝ ਖਾਸ ਖਬਰਾਂ ਤੇ। ਮੋਦੀ ਸਰਕਾਰ ਦੇ ਖੇਤੀ ਬਿੱਲਾਂ ਖਿਲਾਫ ਕਿਸਾਨਾਂ ਦਾ ਗੁੱਸਾ ਸਿਖਰ ਤੇ। ਕਿਸਾਨਾਂ ਨੇ ਪੰਜਾਬ ਕੀਤਾ ਮੁਕੰਮਲ ਬੰਦ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਕੀਤੀ ਸ਼ਾਂਤੀ ਕਾਇਮ ਰੱਖਣ ਦੀ ਅਪੀਲ। ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਖੇਤੀ ਬਿੱਲਾਂ ਤੇ ਬਾਦਲਾਂ ਦੀ ਖੋਲੀ ਪੋਲ। ਕਿਹਾ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਅਕਾਲੀ। ਪਿਛਲੇ 24 ਘੰਟਿਆਂ ਵਿੱਚ ਮਹਾਮਾਰੀ ਇਨਫੈਕਸ਼ਨ ਦੇ 86,508 ਨਵੇਂ ਮਾਮਲੇ ਸਾਹਮਣੇ ਆਏ। ਪੀੜਤਾਂ ਦੀ ਕੁੱਲ ਗਿਣਤੀ 57,32,000 ਤੋਂ ਪਾਰ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਖੇਤੀ ਬਿੱਲਾਂ ਦਾ ਪੰਜਾਬ ਦੇ ਕਿਸਾਨਾਂ ਵੱਲੋਂ ਵਿਰੋਧ ਲਗਾਤਾਰ ਜਾਰੀ ਹੈ। ਇਸੇ ਤਹਿਤ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਰੱਖਿਆ ਗਿਆ। ਇਸ ਦਾ ਮੁਕੰਮਲ ਅਸਰ ਵੇਖਣ ਨੂੰ ਮਿਲ ਰਿਹਾ। ਕਿਸਾਨ ਆਪੋ ਆਪਣੇ ਇਲਾਕਿਆਂ ਵਿੱਚ ਰੇਲਾਂ ਰੋਕ ਕੇ ਕੇਂਦਰ ਸਰਕਾਰ ਨੂੰ ਚੇਤਾਵਨੀ ਦੇ ਰਹੇ ਨੇ ਕਿ ਉਹ ਕਿਸਾਨ ਵਿਰੋਧੀ ਬਿੱਲ ਵਾਪਸ ਲਵੇ। ਦੱਸ ਦਈਏ ਕਿ ਲਗਾਤਾਰ ਪੰਜਾਬ ਦੇ ਕਿਸਾਨ ਰੋਸ ਪ੍ਰਦਰਸ਼ਨ ਕਰ ਰਹੇ ਨੇ। ਲੰਘੇ ਦਿਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਵਿੱਚ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ। ਪੰਜਾਬ ਦੇ ਕਈ ਰੇਲਵੇ ਸਟੇਸ਼ਨਾਂ ਦੇ ਕਿਸਾਨਾਂ ਵੱਲੋਂ ਰੇਲਵੇ ਮਾਰਗ ਜਾਮ ਕਰਕੇ 3 ਦਿਨ ਰਾਤ ਦਾ ਧਰਨਾ ਸ਼ੁਰੂ ਕਰ ਦਿੱਤਾ ਗਿਆ। ਕਿਸਾਨਾਂ ਵੱਲੋਂ ਟੈਂਟ ਲਗਾ ਕੇ 3 ਦਿਨਾਂ ਦੇ ਪੱਕੇ ਪ੍ਰਬੰਧਾਂ ਤਹਿਤ ਇਹ ਧਰਨਾ ਲਗਾਇਆ ਗਿਆ ਹੈ। ਪਹਿਲੇ 3 ਦਿਨਾਂ ਵਿੱਚ ਵੱਡੀ ਗਿਣਤੀ 'ਚ ਕਿਸਾਨ, ਨੌਜਵਾਨ ਤੇ ਔਰਤਾਂ ਇਸ ਧਰਨੇ ਵਿੱਚ ਸ਼ਾਮਲ ਹੋ ਰਹੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਮਾੜੇ ਵਿਚਾਰਾਂ ਤੋਂ ਉੱਪਰ ਉੱਠਣ ਅਤੇ ਇੱਕ ਮੰਚ ਤੇ ਆ ਕੇ ਦੇਸ਼ ਧਰੋਹੀ ਖੇਤੀਬਾੜੀ ਬਿੱਲਾਂ ਖਿਲਾਫ ਇਕਜੁੱਟ ਹੋ ਕੇ ਸੰਘਰਸ਼ ਕਰਨ। ਹਰ ਕੀਮਤ ਤੇ ਕਿਸਾਨਾਂ ਦੇ ਅਧਿਕਾਰਾਂ ਦੀ ਰਾਖੀ ਲਈ ਆਪਣੇ ਵਚਨਬੱਧਤਾ ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣੀ ਪੂਰੀ ਤਾਕਤ ਨਾਲ ਗੈਰ ਸੰਵਿਧਾਨਕ ਕਿਸਾਨ ਵਿਰੋਧੀ ਬਿੱਲਾਂ ਵਿਰੁੱਧ ਸਿਆਸੀ ਲੜਾਈ ਦੀ ਅਗਵਾਈ ਕਰਨ ਲਈ ਤਿਆਰ ਨੇ। ਉਹਨਾਂ ਕਿਹਾ ਕਿ ਮੈਂ ਆਪਣੇ ਕਿਸਾਨਾਂ ਅਤੇ ਆਪਣੇ ਰਾਜ ਨੂੰ ਇਹਨਾਂ ਖਤਰਨਾਕ ਨਵੇਂ ਕਾਨੂੰਨਾਂ ਤੋਂ ਬਚਾਉਣ ਲਈ ਹਰ ਸੰਭਵ ਕਦਮ ਚੁੱਕਾਂਗਾ। ਉਹਨਾਂ ਕਿਹਾ ਕਿ ਇਹਨਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਖੇਤੀ ਸੈਕਟਰ ਗੰਦਲਾ ਹੋ ਜਾਵੇਗਾ ਅਤੇ ਨਾਲ ਹੀ ਪੰਜਾਬ ਦੀ ਖੇਤੀਬਾੜੀ ਦਾ ਜੀਵਨ ਵੀ ਰੇਖਾ ਨੂੰ ਨਸ਼ਟ ਕਰ ਦੇਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ ਤੇ ਨਾਲ ਹੀ ਮੋਢੇ ਨਾਲ ਮੋਢਾ ਜੋੜ ਕੇ ਖੜੀ ਰਹੇਗੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਿਰਫ ਕਿਸਾਨੀ ਪਰਿਵਾਰਾਂ ਤੇ ਮਜ਼ਦੂਰਾਂ ਦੀ ਹੀ ਨਹੀਂ ਸਗੋਂ ਦਿਨ ਰਾਤ ਖੇਤਾਂ ਵਿੱਚ ਮਿਹਨਤ ਕਰਦਿਆਂ ਨੂੰ ਵੀ ਬਰਬਾਦ ਕਰਨ ਦੀਆਂ ਕੇਂਦਰ ਦੀਆਂ ਯੋਜਨਾਵਾਂ ਨੂੰ ਠੱਲ ਪਾਏਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਖੇਤੀ ਬਿੱਲ ਵਿਰੋਧ ਬੰਦ ਦੌਰਾਨ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣਾ ਅਤੇ ਕੋਵਿਡ ਦੇ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਬਿੱਲਾਂ ਵਿਰੁੱਧ ਕਿਸਾਨਾਂ ਦੇ ਸੰਘਰਸ਼ ਵਿੱਚ ਸੂਬਾ ਸਰਕਾਰ ਉਹਨਾਂ ਦੇ ਨਾਲ ਖੜੀ ਹੈ, ਧਾਰਾ 144 ਦੀ ਉਲੰਘਣਾ ਲਈ ਕੋਈ FIR ਦਰਜ ਨਹੀਂ ਕੀਤੀ ਜਾਵੇਗੀ। ਬੰਦ ਦੌਰਾਨ ਅਮਨ ਕਾਨੂੰਨ ਵਿੱਚ ਵਿਘਨ ਨਹੀਂ ਪੈਣਾ ਚਾਹੀਦਾ। ਇਸ ਦੇ ਨਾਲ ਹੀ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਚੰਡੀਗੜ੍ਹ 'ਚ ਕਿਸਾਨਾਂ ਦੇ ਵਿਰੋਧ ਵਿੱਚ ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਬਾਰੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿਸ ਵਿੱਚ ਉਹਨਾਂ ਨੇ ਪੰਜਾਬ ਵੱਲੋਂ ਇਹਨਾਂ ਬਿੱਲਾਂ ਦੀ ਹਮਾਇਤ ਕਰਨ ਦਾ ਸੱਚ ਦੱਸਿਆ ਤੇ ਇਸ ਦੇ ਨਾਲ ਹੀ ਸਬੂਤਾਂ ਦੇ ਰੂਪ ਵਿੱਚ ਦਸਤਾਵੇਜ਼ ਵੀ ਪੇਸ਼ ਕੀਤੇ ਨੇ। ਮਨਪ੍ਰੀਤ ਬਾਦਲ ਨੇ ਕਿਹਾ ਕਿ ਜਿਹੜੀਆਂ ਇਸ ਪੱਧਰ ਦੀਆਂ ਮੀਟਿੰਗਾਂ ਹੁੰਦੀਆਂ ਨੇ ਉਹਨਾਂ ਦੇ ਮਿੰਟ ਬਣਦੇ ਨੇ ਅਤੇ ਕਿਹੜਾ ਵਿਅਕਤੀ ਕੀ ਬੋਲਿਆ ਉਸ ਦੀ ਹੂਬਹੂ ਰਿਕਾਰਡਿੰਗ ਕੀਤੀ ਜਾਂਦੀ ਹੈ, ਫਿਰ ਇਸ ਨੂੰ ਸਰਕੂਲੇਟ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਜਿਹੜੇ ਹਾਈ ਪਾਵਰ ਕਮੇਟੀ ਬਣੀ ਸੀ ਉਸ ਨੂੰ ਕਿਸਾਨਾਂ ਦੀ ਆਮਦਨ ਦੁੱਗਣਾ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਣਾ ਚਾਹੀਦਾ ਸੀ। ਮਨਪ੍ਰੀਤ ਬਾਦਲ ਨੇ ਦਸਤਾਵੇਜ਼ ਪੇਸ਼ ਕਰਦਿਆਂ ਕਿਹਾ ਕਿ ਪਹਿਲੀ ਮੀਟਿੰਗ ਵਿੱਚ ਤਾਂ ਪੰਜਾਬ ਨੂੰ ਸ਼ਾਮਲ ਹੀ ਨਹੀਂ ਕੀਤਾ ਗਿਆ ਅਤੇ ਜਦੋਂ ਪੰਜਾਬ ਨੇ ਇਤਰਾਜ਼ ਜਤਾਇਆ ਤਾਂ ਦੂਜੀ ਮੀਟਿੰਗ ਵਿੱਚ ਪੰਜਾਬ ਨੂੰ ਸ਼ਾਮਲ ਕੀਤਾ ਗਿਆ, ਜਿੱਥੇ ਉਹਨਾਂ ਨੇ ਆਪਣੇ ਵਿਚਾਰ ਦੱਸੇ ਨੇ। ਉਹਨਾਂ ਨੇ ਕਿਹਾ ਕਿ ਤੀਜੀ ਮੀਟਿੰਗ ਦੌਰਾਨ ਪੰਜਾਬ ਨੂੰ ਫਾਈਨਲ ਕਮੈਂਟਸ ਲਿਖਣ ਲਈ ਕਿਹਾ ਗਿਆ ਸੀ, ਜਦੋਂ ਕਿ ਖੇਤੀ ਬਿੱਲਾਂ ਬਾਰੇ ਇਸ ਵਿੱਚ ਕੋਈ ਗੱਲਬਾਤ ਨਹੀਂ ਕੀਤੀ ਗਈ। ਇਸ ਲਈ ਅਕਾਲੀ ਦਲ ਵੱਲੋਂ ਲਾਏ ਗਏ ਇਹ ਦੋਸ਼ ਬਿਲਕੁਲ ਗਲਤ ਹਨ ਕਿ ਪੰਜਾਬ ਦੀ ਕਾਂਗਰਸ ਪਾਰਟੀ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਬਿੱਲਾਂ ਦੀ ਹਮਾਇਤ ਕੀਤੀ ਹੈ। ਬਰੀਫਿੰਗ ਹੈ ਉਹ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਮੈਂ तमाम ਚੰਡੀਗੜ੍ਹ ਦੀ ਜਿਹੜੀ ਪ੍ਰੈਸ ਕੋਰ ਹੈ, ਅੱਜ ਕਾਂਗਰਸ ਪਾਰਟੀ ਦਾ ਨੁਕਤੇ ਨਜ਼ਰ ਤੇ ਪੰਜਾਬ ਸਰਕਾਰ ਦਾ ਜੋ ਨੁਕਤੇ ਨਜ਼ਰ ਹੈ ਔਰ ਇੱਕ ਖਾਸ ਪਹਿਲੂ ਜਿਹੜਾ ਐਗਰੀਕਲਚਰ ਦੇ ਨਵੇਂ ਕਾਨੂੰਨ ਜਿਹੜੇ ਹੈ ਉਹ ਪੰਜਾਬ ਤੇ ਮੁਸੱਲਤ ਕੀਤੇ ਹੈ, ਅੱਜ ਦੀ ਜਿਹੜੀ ਪ੍ਰੈਸ ਬਰੀਫਿੰਗ ਹੈ ਇਹ ਉਹਦੇ ਮੁਤਲਕ ਹੈ। ਔਰ ਜਿਹੜਾ ਕਿ ਇਹ ਜਿਹੜੇ ਨਵੇਂ ਕਾਨੂੰਨ ਇਹਨਾਂ ਨੇ ਪਾਸ ਕੀਤੇ ਹੈ ਇਹਦੇ ਵਿੱਚ ਇੱਕ ਤਾਂ ਜਿਹੜੇ MSP ਹੈ, MSP ਤੇ ਸਵਾਲੀਆ ਨਿਸ਼ਾਨ ਉਹ ਖੜੇ ਹੋ ਗਏ
ਔਰ ਦੂਸਰਾ ਜਿਹੜੀ ਕਿ ਕਿਸਾਨ ਦੇ ਸਿਰ ਤੇ ਇੱਕ ਹਿਫਾਜ਼ਤ ਸੀ ਸਰਕਾਰ ਦੀ, ਇੱਕ ਜਿਹੜਾ ਸਰਕਾਰ ਦਾ ਸ਼ਫਕਤ ਵਾਲਾ ਹੱਥ ਸੀਗਾ, ਉਹ ਉੱਠ ਗਿਆ। ਪੰਜਾਬ ਦੇ ਵਿੱਚ ਜੇ ਇਹਦਾ ਤਰਜਮਾ ਕਰੀਏ ਜਾਂ ਪੰਜਾਬ ਦੇ ਇਤਬਾਰ ਨਾਲ ਜੇ ਇਹ ਗੱਲ ਕਰਨੀ ਹੋਵੇ ਤਾਂ MSP ਪੰਜਾਬ ਦਾ ਕਿਸਾਨ ਤਕਰੀਬਨ ਕਮੋਪੇਸ਼ 70,000 ਕਰੋੜ ਰੁਪਇਆ MSP ਦਾ ਇੱਕ ਕਿਸਾਨ ਦੇ ਹਿੱਸੇ ਆਉਂਦਾ ਸੀ, ਔਰ ਇਹਦੇ ਨਾਲ 4,000 ਕਰੋੜ ਜਿਹੜਾ ਮੰਡੀ ਫੀਸ ਤੇ ਹੋਰ ਜਿਹੜੇ ਲੈਵੀਜ਼ ਹੈ, 60,000 ਕਿਲੋਮੀਟਰ ਸੜਕਾਂ ਜਿਹੜੀਆਂ ਰੂਰਲ ਰੋਡਸ ਹੈ, ਪਿੰਡਾਂ ਦੀਆਂ ਲਿੰਕ ਰੋਡਸ ਹੈ, ਉਹਦੀ ਮੁਰੰਮਤ ਵਗੈਰਾ ਹੁੰਦੀ ਸੀ, ਨਵੀਆਂ ਮੰਡੀਆਂ ਬਣਦੀਆਂ ਸੀ, ਮੰਡੀਆਂ 'ਚ ਸ਼ੈੱਡ ਬਣਦੇ ਸੀ, ਕਿਸਾਨ ਮਜ਼ਦੂਰ ਆੜ੍ਹਤੀ ਦੀ ਇੰਸ਼ੋਰੈਂਸ ਹੁੰਦੀ ਸੀ, ਔਰ ਇਸ ਦੇ ਨਾਲ ਹੀ ਜਿਹੜੇ ਕਿ ਹੋਰ ਉੱਥੇ ਸਹੂਲਤਾਂ ਮੰਡੀਆਂ ਦੀਆਂ ਸੀ, ਇਹ 4,000 ਕਰੋੜ ਨਾਲ ਚੱਲਦੀਆਂ ਸੀ। ਔਰ ਇਹ ਸਾਰੀ ਗੱਲ ਤੇ MSP ਤੇ ਵੀ ਤੇ ਜਿਹੜੀਆਂ ਪੰਜਾਬ ਦੇ ਵਿੱਚ ਜਿਹੜਾ ਸਾਰਾ APMC ਦਾ ਜਿਹੜਾ ਰੈਗੂਲੇਸ਼ਨ ਹੈ, ਇਹ ਵੀ ਇਹਦੇ ਨਾਲ ਖਤਮ ਹੁੰਦਾ ਹੈ। ਔਰ ਮੈਂ ਚੱਲਦਾ ਮੈਂ ਇਹ ਵੀ ਕਹਿੰਦਾ ਜਾਵਾਂ ਕਿ ਪੰਜਾਬ ਦੇ ਜਿਹੜੇ ਇਤਰਾਜ਼ ਹੈ ਮੋٹے ਤੌਰ ਤੇ ਇਹੀ ਹੈ ਕਿ ਕੋਈ ਵੀ ਬੰਦਾ ਪੰਜਾਬ 'ਚ ਵਪਾਰ ਕਰ ਸਕਦਾ, ਉਹਨੂੰ ਲਾਇਸੈਂਸ ਲੈਣ ਦੀ ਲੋੜ ਨਹੀਂ ਹੈ। ਕੋਈ ਵੀ ਬੰਦਾ ਪੰਜਾਬ ਦੇ ਕਿਸੇ ਥਾਂ ਤੇ ਵੀ ਜਾ ਕੇ ਅਨਾਜ ਦੀ ਖਰੀਦਾ ਫਰੋਖਤ ਕਰ ਸਕਦਾ, ਔਰ ਕੋਈ ਵੀ ਬੰਦਾ ਜਿਹੜਾ ਪੰਜਾਬ 'ਚ ਫੂਡ ਗ੍ਰੇਨਸ ਦੀ ਕਣਕ ਤੇ ਝੋਨੇ ਜਾਂ ਹੋਰ ਦੀ ਖਰੀਦੋ ਫਰੋਖਤ ਕਰਦਾ ਹੈ, ਉਹਨੂੰ ਸਰਕਾਰ ਨੂੰ ਕੋਈ ਟੈਕਸ ਦੇਣ ਦੀ ਲੋੜ ਨਹੀਂ ਹੈ। ਇਹ ਮੋٹے ਜਿਹੜੇ ਸਰਕਾਰ ਦੇ ਇਤਰਾਜ਼ ਹੈ ਕਿ ਜੇ ਰੈਗੂਲੇਸ਼ਨ ਦੇ ਵਿੱਚ ਅਸੀਂ ਕਿਸਾਨ ਨੂੰ ਇਹ ਮੰਡੀਆਂ ਨੂੰ ਨਾ ਲੈ ਕੇ ਆਂਦਾ ਤਾਂ ਕਿਸਾਨ ਦੀ ਲੁੱਟ ਖਸੁੱਟ ਜਿਹੜੀ ਹੈ ਇਹ ਸ਼ੁਰੂ ਹੋ ਜਾਏਗੀ। ਪੰਜਾਬ ਦੇ ਸਾਬਕਾ ਵਿੱਤ ਮੰਤਰੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਦੀ ਨਾਕਾਮੀ ਕਰਨ ਦੇ ਲਈ ਖੇਤੀ ਆਰਡੀਨੈਂਸ ਬਿੱਲ ਪਾਸ ਹੋਏ ਨੇ। ਜੇਕਰ ਦੋਨੋਂ ਪਾਰਟੀਆਂ ਇਹਨਾਂ ਬਿੱਲਾਂ ਦਾ ਵਿਰੋਧ ਕਰਦੀਆਂ ਨੇ ਤਾਂ ਕਿਸਾਨਾਂ ਨੂੰ ਸੜਕਾਂ ਤੇ ਰੁਲਣ ਦੀ ਲੋੜ ਨਾ ਪੈਂਦੀ। ਸਰਦਾਰ ਢੀਂਡਸਾ ਤੇ ਸਾਬਕਾ ਮੰਤਰੀ ਸ਼੍ਰੋਮਣੀ ਕਮੇਟੀ ਮੈਂਬਰ ਸੇਵਾ ਸਿੰਘ ਸੇਖਵਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਸਨ। ਸਰਦਾਰ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੇ ਨਾਲ ਮੋਢਾ ਜੋੜ ਕੇ ਖੜਾ ਹੈ ਅਤੇ ਕਿਸਾਨਾਂ ਦੇ ਹਰ ਸੰਘਰਸ਼ ਵਿੱਚ ਉਹਨਾਂ ਦਾ ਸਾਥ ਦੇਵੇਗਾ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਖਿਲਾਫ ਮੋਹਾਲੀ ਵਿੱਚ ਆਮ ਆਦਮੀ ਪਾਰਟੀ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ ਆਪ ਆਗੂਆਂ ਨੇ ਕੇਂਦਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਖਿਲਾਫ ਵੀ ਨਾਅਰੇਬਾਜ਼ੀ ਕੀਤੀ ਹੈ। ਇਸ ਮੌਕੇ ਆਪ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਪਾਸ ਕੀਤੇ 3 ਕਿਸਾਨ ਬਿੱਲ ਵਾਪਸ ਲਵੇ। ਨਾਲ ਹੀ ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਮ ਤੇ ਲਿਆਂਦੇ ਗਏ ਖੇਤੀ ਆਰਡੀਨੈਂਸਾਂ ਦਾ ਲਗਾਤਾਰ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਭਾਵੇਂ ਸੰਸਦ ਦੇ ਦੋਹਾਂ ਸਦਨਾਂ ਵਿੱਚ ਭਾਰੀ ਵਿਰੋਧ ਤੋਂ ਬਾਅਦ ਬਿੱਲ ਪਾਸ ਹੋ ਗਿਆ, ਪਰ ਕਿਸਾਨਾਂ ਵੱਲੋਂ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਮਾਨਸਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰੇਲਵੇ ਫਾਟਕ ਦੇ ਕੋਲ ਰੇਲਵੇ ਦੀ ਪਟੜੀ ਤੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਹੈ। उधर फिरोजपुर में किसानों ने रेला रोक के केंद्र सरकार खिलाफ रोस प्रदर्शन किया। इस मौके किसानों ने कहा कि केंद्र वालों किसान विरोधी फैसले लिए जा रहे हैं, किसानी नूं तबाह कर देंगे। किसानों ने कहा कि वह मजबूरी वस रोस प्रदर्शन कर रहे हैं। किसानों ने कहा कि जब तक बिल वापस नहीं होंगे तद तक उन्हों का संघर्ष इसी तरह जारी रहेगा। केंद्र सरकार वालों लिआंदे खेती विरोधी बिलों के खिलाफ और पंजाब की किसानी के हक में आवाज़ बुलंद करते हुए मलेरकोटला च आम आदमी पार्टी के आगुआं ते वलंटियरां वालों मनुख कड़ी बनाई गई है। केंद्र सरकार खिलाफ नारेबाजी करते हुए आप आगुआं ने प्रधानमंत्री नरेंद्र मोदी का पुतला भी फूकिया। बठिंडा विच कांग्रेस पार्टी के वर्करां ने हरसिमरत बादल ते सुखबीर बादल नूं कालियां झंडियां दिखा के किसानां दे हक विच खड़न दा फैसला कीता है। विरोध जताउंदे होए कांग्रेसी लीडरां ने कहा कि अकाली दल दोगली राजनीति कर रहा है। इत्थों तक कि किसानां दे विरोध केंद्र सरकार ने जो बिल लैके आई है ओह उसदा विरोध भी कर रहे हैं, उसदे हक विच खड़े ने। अज भी अकाली दल ने बीजेपी दा साथ नहीं छड्डिया, जिस करके अज असीं किसानां दे हक विच खड़े हां अते किसानां लई जिथे तक लड़ाई लड़नी पवेगी असीं लड़ांगे। उन्होंने 25 सितंबर नूं पूर्ण तौर ते पंजाब बंद दा समर्थन कीता है। उन्होंने कहा कि अज भी साडे इस प्रदर्शन विच हर एक जथेबंदियां ते हर एक वर्ग शामिल है।
ਪੰਜਾਬੀ ਫਿਲਮ ਅਦਾਕਾਰ ਜਪਜੀ ਖਹਿਰਾ ਦੇਵ ਖਰੋੜ ਦਾ ਆਮ ਆਦਮੀ ਪਾਰਟੀ ਨਾਲ ਮਿਲ ਕੇ ਕਿਸਾਨਾਂ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ। ਇਸ ਦੌਰਾਨ ਜਪਜੀ ਖਹਿਰਾ ਦੇ ਦੇਵ ਖਰੋੜ ਨੇ ਕਿਹਾ ਕਿ ਅਸੀਂ ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂ ਹਾਂ, ਕਿਸਾਨ ਦੀ ਧੀ ਪੁੱਤਰ ਹੁੰਦੇ ਹੋਏ ਵੀ ਕਿਸਾਨਾਂ ਦੇ ਹੱਕ ਵਿੱਚ ਖੜੇ ਹਾਂ। ਦਰਅਸਲ ਆਮ ਆਦਮੀ ਪਾਰਟੀ ਵੱਲੋਂ ਮੋਗਾ ਵਿੱਚ ਕਾਰ ਤੇ ਮੋਟਰਸਾਈਕਲ ਲੈ ਕੇ ਕਿਸਾਨਾਂ ਦੇ ਹੱਕ ਵਿੱਚ ਵਿਸ਼ਾਲ ਰੋਡ ਸ਼ੋਅ ਕੀਤਾ ਗਿਆ। ਫਿਲਮੀ ਅਦਾਕਾਰ ਦੇਵ ਖਰੋੜ ਤੇ ਅਦਾਕਾਰ ਜਪਜੀ ਖਹਿਰਾ ਵੀ ਇਸ ਰੋਡ ਦੇ ਸ਼ੋਅ ਵਿੱਚ ਹਿੱਸਾ ਬਣੇ ਨੇ ਤੇ ਲੋਕਾਂ ਨੂੰ ਕੱਲ ਦੇ ਬੰਦ ਨੂੰ ਲੈ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਰਾਏਕੋਟ ਵਿਖੇ ਸਰਦਾਰ ਹਰੀ ਸਿੰਘ ਨਲਵਾ ਚੌਂਕ ਵਿੱਚ ਵੱਖ-ਵੱਖ ਪਾਰਟੀਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਖੇਤੀ ਆਰਡੀਨੈਂਸਾਂ ਖਿਲਾਫ ਪ੍ਰਦਰਸ਼ਨ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਯੂਥ ਅਕਾਲੀ ਆਗੂ ਗੁਰਪ੍ਰੀਤ ਸਿੰਘ ਨੂਰਪੁਰਾ ਲਾਡੀ ਸੋਹਲੀ ਨੇ ਦੱਸਿਆ ਕਿ ਖੇਤੀ ਆਰਡੀਨੈਂਸ ਨਾਲ ਇਕੱਲੇ ਕਿਸਾਨਾਂ ਤੇ ਨਹੀਂ ਸਗੋਂ ਸਮੁੱਚੇ ਵਰਗਾਂ ਤੇ ਵੀ ਮਾੜਾ ਅਸਰ ਪਵੇਗਾ। ਇਸ ਲਈ ਸਾਨੂੰ ਸਾਰਿਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਧਰ ਕੇਂਦਰ ਸਰਕਾਰ ਨਵੇਂ ਖੇਤੀ ਬਿੱਲਾਂ ਬਾਰੇ ਲਗਾਤਾਰ ਸਪਸ਼ਟੀਕਰਨ ਦੇ ਰਹੀ ਹੈ ਕਿ ਇਹ ਕਿਸਾਨ ਵਿਰੋਧੀ ਨਹੀਂ ਹੈ। ਖੇਤੀਬਾੜੀ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਖੇਤੀ ਬਿੱਲਾਂ ਬਾਰੇ ਸਪਸ਼ਟ ਕਰਦੇ ਹੋਏ ਕਿਹਾ ਕਿ ਬਿੱਲ ਲੋਕ ਸਭਾ ਅਤੇ ਰਾਜ ਸਭਾ ਵਿੱਚ ਪੇਸ਼ ਹੋਏ ਨੇ ਤੇ ਉਹਨਾਂ ਨੇ ਕਿਹਾ ਕਿ ਮੀਡੀਆ ਨੇ ਬਿੱਲ ਦੀਆਂ ਚੰਗੀਆਂ ਗੱਲਾਂ ਨੂੰ ਲੋਕਾਂ ਤੱਕ ਪਹੁੰਚਾਇਆ। ਉਹਨਾਂ ਨੇ ਕਾਂਗਰਸ ਉੱਤੇ ਤੰਜ ਕੱਸਦੇ ਹੋਏ ਕਿਹਾ ਕਿ ਕਾਂਗਰਸ ਦੇਸ਼ ਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਕੇਂਦਰੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਕਿ ਖੇਤੀਬਾੜੀ ਸੁਧਾਰ ਬਿੱਲਾਂ ਨਾਲ ਕਿਸਾਨਾਂ ਦੇ ਜੀਵਨ ਵਿੱਚ ਖੁਸ਼ਹਾਲੀ ਤੇ ਕ੍ਰਾਂਤੀ ਆਵੇਗੀ। ਇਹਨਾਂ ਬਿੱਲਾਂ ਨਾਲ ਬਾਜ਼ਾਰ ਨੂੰ ਪੂਰਨ ਆਜ਼ਾਦੀ ਮਿਲੇਗੀ, ਕਿਸਾਨਾਂ ਦੀ ਮਾਲੀ ਹਾਲਤ ਵੀ ਸੁਧਰ ਜਾਵੇਗੀ। ਨਵੀਂ ਤਕਨੀਕ ਨਾਲ ਕਿਸਾਨ ਜੁੜੇਗਾ, ਕਿਸਾਨ ਜ਼ਿਆਦਾ ਮੁੱਲ ਵਾਲੇ ਫਸਲਾਂ ਦੀ ਉਪਜ ਦੇ ਵੱਲ ਆਕਰਸ਼ਿਤ ਹੋਵੇਗਾ। ਖੇਤੀਬਾੜੀ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕਿਸੇ ਮੈਂਬਰ ਨੇ ਇਸ ਬਿੱਲ ਦਾ ਵਿਰੋਧ ਨਹੀਂ ਕੀਤਾ। ਇਸ ਬਿੱਲ ਵਿੱਚ MSP ਕਿਉਂ ਨਹੀਂ ਹੈ? ਫਸਲ ਦੀ ਖਰੀਦ ਲਈ MSP ਨੇ ਘੋਸ਼ਿਤ ਕੀਤਾ ਹੈ, MSP ਰਹੇਗੀ। ਉਹਨਾਂ ਨੇ ਸਪਸ਼ਟ ਕਰਦੇ ਹੋਏ ਕਿਹਾ ਕਿ ਪਹਿਲਾਂ ਕਿਸਾਨ ਆਪਣੀ ਫਸਲ ਨੂੰ ਮੰਡੀ ਵਿੱਚ ਵੇਚਣ ਨੂੰ ਮਜਬੂਰ ਸੀ। ਫਸਲ ਉੱਤੇ 8.5% ਟੈਕਸ ਦਾ ਭੁਗਤਾਨ ਕਰਨਾ ਪੈਂਦਾ ਸੀ। ਪੰਜਾਬ ਵਿੱਚ 8.5% ਟੈਕਸ ਲੱਗਦਾ ਹੈ। ਇਸ ਦੇ ਬਿੱਲ ਦੇ ਮਾਧਿਅਮ ਕਿਸਾਨਾਂ ਨੂੰ ਆਜ਼ਾਦੀ ਦਿੱਤੀ ਹੈ। ਮੰਡੀ ਤੋਂ ਬਾਹਰ ਕਿਸੇ ਵੀ ਸਥਾਨ ਉੱਤੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਕੀਮਤ ਉੱਤੇ ਵੇਚ ਸਕਦਾ ਹੈ। ਕੇਂਦਰੀ ਮੰਤਰੀ ਨੇ ਕਿਹਾ ਸੀ ਕਿ ਇਸ ਦੀ ਮੰਗ ਕਾਫੀ ਸਮੇਂ ਤੋਂ ਚੱਲਦੀ ਆ ਰਹੀ ਸੀ। ਦੂਜੀ ਗੱਲ, ਮੰਡੀ ਦੇ ਬਾਹਰ ਵਪਾਰੀ ਵਰਗ ਜ਼ਿਆਦਾ ਹੋਵੇਗਾ ਜਿਸ ਦਾ ਫਾਇਦਾ ਕਿਸਾਨਾਂ ਨੂੰ ਮਿਲੇਗਾ। ਉਹਨਾਂ ਨੇ ਕਿਹਾ ਕਿ ਜੇਕਰ ਵਪਾਰੀ ਕਿਸਾਨ ਦੇ ਘਰੋਂ ਫਸਲ ਚੁੱਕਦਾ ਤਾਂ ਕਿਸਾਨ ਦਾ ਟਰਾਂਸਪੋਰਟ ਖਰਚਾ ਘਟ ਜਾਵੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ 66% ਕਿਸਾਨ ਛੋਟੇ ਹੈ। ਹੌਲੀ-ਹੌਲੀ ਰਕਬਾ ਛੋਟਾ ਹੁੰਦਾ ਜਾ ਰਿਹਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਛੋਟੇ ਕਿਸਾਨਾਂ ਦਾ ਉਪਜ ਘੱਟ ਹੁੰਦਾ ਹੈ, ਲਿਹਾਜ਼ਾ ਉਸ ਦਾ ਟਰਾਂਸਪੋਰਟੇਸ਼ਨ ਖਰਚਾ ਜ਼ਿਆਦਾ ਹੋ ਜਾਂਦਾ ਹੈ। ਮੰਤਰੀ ਤੋਮਰ ਨੇ ਸਪਸ਼ਟ ਕੀਤਾ ਕਿ ਕੰਟਰੈਕਟ ਫਾਰਮਿੰਗ ਖੇਤ ਵੀ ਹੋ ਸਕਦਾ ਹੈ, ਪਰ ਖੇਤ ਦਾ ਮਾਲਕ ਕਿਸਾਨ ਹੀ ਰਹੇਗਾ। ਕਿਸਾਨ ਦੇ ਨਾਲ ਭੂਮੀ ਸੰਬੰਧਿਤ ਕੋਈ ਲਿਖਤ ਪੜਤ ਨਹੀਂ ਹੋਵੇਗੀ। ਕਿਸਾਨ ਜਦੋਂ ਵੀ ਚਾਹੇ ਕਰਾਰ ਵਿੱਚ ਛੱਡ ਸਕਦਾ ਹੈ, ਪਰ ਪ੍ਰੋਸੈਸਰ ਚਾਹੇ ਵੀ ਤਾਂ ਵਿੱਚ ਕਰਾਰ ਵੀ ਨਹੀਂ ਤੋੜ ਸਕਦਾ। ਜੇਕਰ ਤੋੜਦਾ ਹੈ ਤਾਂ ਉਸ ਨੂੰ ਕਰਾਰ ਵਿੱਚ ਲਿਖਿਤ ਮੁੱਲ ਦੇਣਾ ਪਵੇਗਾ। ਸੋ ਇਸ ਨਾਲ ਹੀ ਦੇਸ਼ ਵਿੱਚ ਮਹਾਮਾਰੀ ਦੇ ਸਰਗਰਮ ਮਾਮਲੇ ਬੀਤੇ 6 ਦਿਨਾਂ ਤੋਂ ਲਗਾਤਾਰ ਘੱਟ ਹੋ ਰਹੇ ਨੇ। ਪਿਛਲੇ 24 ਘੰਟਿਆਂ ਦੌਰਾਨ ਇਹਨਾਂ ਮਾਮਲਿਆਂ ਵਿੱਚ 1995 ਕੇਸਾਂ ਦੀ ਕਮੀ ਦਰਜ ਕੀਤੀ ਗਈ ਹੈ, ਜਿਸ ਨਾਲ ਐਕਟਿਵ ਮਰੀਜ਼ਾਂ ਦੀ ਕੁੱਲ ਗਿਣਤੀ 9,66,382 ਰਹਿ ਗਈ ਹੈ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਮਹਾਮਾਰੀ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਮਹਾਮਾਰੀ ਇਨਫੈਕਸ਼ਨ ਦੇ 86,508 ਨਵੇਂ ਮਾਮਲੇ ਸਾਹਮਣੇ ਆਏ ਨੇ, ਜਿਸ ਨਾਲ ਪੀੜਤਾਂ ਦੀ ਕੁੱਲ ਗਿਣਤੀ 57,32,519 ਤੇ ਪਹੁੰਚ ਗਈ ਹੈ। ਇਸੇ ਮਿਆਦ ਵਿੱਚ 87,374 ਮਰੀਜ਼ ਸਿਹਤਯਾਬ ਹੋਏ ਨੇ, ਜਿਸ ਨਾਲ ਹੁਣ ਮਹਾਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 46,74,988 ਹੋ ਗਈ ਹੈ। ਇਨਫੈਕਸ਼ਨ ਦੇ ਨਵੇਂ ਮਾਮਲਿਆਂ ਦੀ ਤੁਲਨਾ ਵਿੱਚ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵੱਧ ਹੋਣ ਨਾਲ ਪਿਛਲੇ 24 ਘੰਟਿਆਂ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 1,995 ਦੀ ਕਮੀ ਆਈ ਹੈ। ਸੋ ਇਸ ਨਾਲ ਹੀ ਪੰਜਾਬ ਵਿੱਚ ਮਹਾਮਾਰੀ ਦਾ ਕਹਿਰ ਜਾਰੀ ਹੈ। ਪੰਜਾਬ ਵਿੱਚ 1793 ਨਵੇਂ ਮਰੀਜ਼ ਰਿਪੋਰਟ ਹੋਏ ਨੇ ਹੁਣ ਤੱਕ, ਜਿਨ੍ਹਾਂ ਵਿੱਚੋਂ ਕੋਰੋਨਾ ਕਾਰਨ 81,475 ਮਰੀਜ਼ ਠੀਕ ਹੋ ਚੁੱਕੇ ਨੇ। ਬਾਕੀ ਮਰੀਜ਼ ਇਲਾਜ ਦੇ ਅਧੀਨ ਨੇ। ਅੱਜ 2,231 ਮਰੀਜ਼ ਠੀਕ ਹੋ ਕੇ ਘਰਾਂ ਨੂੰ ਵਾਪਸ ਪਰਤ ਗਏ ਨੇ। 443 ਮਰੀਜ਼ ਆਕਸੀਜਨ ਪੀੜਤ ਅਤੇ 76 ਮਰੀਜ਼ ਜਿਨ੍ਹਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਦੇ ਸਹਾਰੇ ਰੱਖਿਆ ਗਿਆ। ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 206, ਜਲੰਧਰ 188, ਮੋਹਾਲੀ 169, ਅੰਮ੍ਰਿਤਸਰ 146 ਤੇ ਪਟਿਆਲਾ ਤੋਂ 135 ਨਵੇਂ ਪੋਜ਼ਿਟਿਵ ਮਰੀਜ਼ ਰਿਪੋਰਟ ਹੋਏ ਨੇ। ਹੁਣ ਤੱਕ 3066 ਮਰੀਜ਼ ਦਮ ਤੋੜ ਚੁੱਕੇ ਨੇ। ਅੱਜ ਰਿਪੋਰਟਾਂ ਹੋਈਆਂ ਨੇ 76 ਮੌਤਾਂ ਵਿੱਚੋਂ 6 ਅੰਮ੍ਰਿਤਸਰ, 9 ਮੋਹਾਲੀ, 7 ਲੁਧਿਆਣਾ, 8 ਬਠਿੰਡਾ, 8 ਜਲੰਧਰ, 4 ਪਟਿਆਲਾ, 4 ਸੰਗਰੂਰ, 5 ਰੋਪੜ, 5 ਗੁਰਦਾਸਪੁਰ, 8 ਕਪੂਰਥਲਾ, 6 ਹੁਸ਼ਿਆਰਪੁਰ, 1 ਮਾਨਸਾ, 2 ਫਰੀਦਕੋਟ, 2 ਤਰਨਤਾਰਨ, 1 ਨਵਾਂ ਸ਼ਹਿਰ ਤੋਂ ਇਹ ਰਿਪੋਰਟਾਂ ਹੋਈਆਂ ਨੇ।
ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਡੇਂਗੂ ਤੋਂ ਪੀੜਤ ਪਾਏ ਗਏ ਨੇ। ਉਹਨਾਂ ਦਾ ਬਲੱਡ ਪਲੇਟਲੈਟਸ ਕਾਊਂਟ ਡਿੱਗ ਰਿਹਾ। ਬੁਖਾਰ ਅਤੇ ਘੱਟ ਆਕਸੀਜਨ ਦੇ ਪੱਧਰ ਦੀ ਸ਼ਿਕਾਇਤ ਤੋਂ ਬਾਅਦ ਉਹਨਾਂ ਨੂੰ ਦਿੱਲੀ ਦੇ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹਨਾਂ ਨੂੰ ਕੋਰੋਨਾ ਵਾਇਰਸ ਤੋਂ ਇਨਫੈਕਟਡ ਹੋਣ ਦੇ ਚੱਲਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਆਮ ਆਦਮੀ ਪਾਰਟੀ ਦੇ 48 ਸਾਲਾ ਨੇਤਾ ਨੂੰ ਬੁਖਾਰ ਅਤੇ ਆਕਸੀਜਨ ਦੇ ਪੱਧਰ ਵਿੱਚ ਕਮੀ ਆਉਣ ਤੋਂ ਬਾਅਦ ਬੁੱਧਵਾਰ ਨੂੰ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਸੀ। ਇੱਕ ਵੀਡੀਓ ਮੈਸੇਜ 'ਚ ਸਿਸੋਦੀਆ ਨੇ LNJP ਹਸਪਤਾਲ 'ਚ ਡਾਕਟਰਾਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ ਹੈ। ਉਹਨਾਂ ਕਿਹਾ ਕਿ ਮੈਨੂੰ LNJP ਹਸਪਤਾਲ ਲਿਆਇਆ ਗਿਆ ਹੈ ਕਿਉਂਕਿ ਇਸ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਸੀ, ਪਰ ਇੱਥੇ ਡਾਕਟਰਾਂ ਤੇ ਹੋਰ ਸਿਹਤ ਕਰਮਚਾਰੀਆਂ ਦਾ ਮਨੋਬਲ ਦੇਖ ਕੇ ਉਪ ਮੁੱਖ ਮੰਤਰੀ ਦੇ ਨੇਤਾ ਮੈਂ ਕਹਾਂਗਾ ਕਿ ਇਹ ਬਹੁਤ ਉਤਸ਼ਾਹਜਨਕ ਹੈ। ਉਹਨਾਂ ਕਿਹਾ ਕਿ ਇੱਥੇ ਸ਼ਾਨਦਾਰ ਵਿਵਸਥਾ ਹੈ, ਮੈਨੂੰ ਇਸ ਤੇ ਮਾਣ ਹੈ। ਜੇਕਰ ਕੋਰੋਨਾ ਵਾਇਰਸ ਦੇ ਸਮੇਂ 'ਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਡਾਕਟਰੀ ਜ਼ਰੂਰਤ ਹੈ ਤਾਂ LNJP ਵਿੱਚ ਬਿਹਤਰ ਡਾਕਟਰੀ ਸਹੂਲਤ ਮਿਲੇਗੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਰਿਪੋਰਟ ਕੋਰੋਨਾ ਪੋਜ਼ਿਟਿਵ ਆਈ ਹੈ। ਇਸ ਦੀ ਪੁਸ਼ਟੀ ਖੁਦ ਮਨਜੀਤ ਸਿੰਘ ਜੀਕੇ ਨੇ ਕੀਤੀ ਹੈ। ਉਹਨਾਂ ਨੇ ਫੇਸਬੁੱਕ ਪੋਸਟ ਰਾਹੀਂ ਖੁਲਾਸਾ ਕੀਤਾ ਹੈ ਉਹਨਾਂ ਦੀ ਕੋਵਿਡ-19 ਟੈਸਟ ਦੀ ਰਿਪੋਰਟ ਪੋਜ਼ਿਟਿਵ ਆਈ ਹੈ, ਜਿਸ ਤੁਰੰਤ ਉਹ ਆਪਣੇ ਘਰ ਵਿੱਚ ਹੀ ਇਕਾਂਤਵਾਸ ਰਹਿ ਰਹੇ ਨੇ। ਉਹਨਾਂ ਨੇ ਆਪਣੇ ਸੰਪਰਕ ਵਿੱਚ ਆਏ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਧਿਆਨ ਰੱਖਣ ਤੇ ਕਿਸੇ ਵੀ ਪ੍ਰਕਾਰ ਦੀ ਸ਼ੰਕਾ ਹੋਣ ਉਤੇ ਆਪਣੀ ਜਾਂਚ ਜ਼ਰੂਰ ਕਰਵਾਉਣ। ਫਿਲਹਾਲ ਇਸ ਪੰਜਾਬੀ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।